ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਉਮੀਦ ਕਰਦੇ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਸੁਣ ਰਹੇ ਹੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਅੱਜ ਇਟਲੀ ਦੇ ਵਿੱਚ 43,947 ਨਵਾਂ ਕੇਸ, 125 ਮਰੀਜ਼ਾਂ ਦੀ ਹੋਈ ਮੌਤ, 62,978 ਮਰੀਜ਼ ਠੀਕ, 3,02,406 ਟੈਸਟ ਕੀਤਾ ਗਿਆ, 10 ਦੀ ਪੋਜ਼ੀਟਿਵਿਟੀ 14.53% ਚੱਲ ਰਹੀ ਸੀ। ਸਭ ਤੋਂ ਪਹਿਲੇ ਅਪਡੇਟ ਵੱਲ ਚੱਲਦੇ ਹਾਂ ਜੀ, ਜਿਸ ਬਾਰੇ ਆਪਣੇ ਕਾਫੀ ਵੀਰ ਪੁੱਛ ਰਹੇ ਨੇ ਜੀ, ਫਲਾਈਟਾਂ ਬਾਰੇ। ਫਲਾਈਟਾਂ ਦੇ ਉੱਤੇ ਆ ਰਿਹਾ ਜੀ ਨਵਾਂ ਅਪਡੇਟ। ਫਲਾਈਟਾਂ ਜਿਹੜੀਆਂ ਕੈਂਸਲ ਹੋ ਰਹੀਆਂ ਨੇ ਜੀ। ਕੱਲ੍ਹ ਜਿਹੜੀ ਆ ਰਹੀ ਹੈ 7 ਤਰੀਕ ਦੀ ਫਲਾਈਟ ਸਪਾਈਸਜੈਟ ਦੀ, ਉਹ ਇੱਕ ਵਾਰ ਫਿਰ ਤਕਨੀਕੀ ਪ੍ਰੋਬਲਮ ਦੇ ਕਾਰਨ ਬੰਦ ਹੋ ਗਈ ਹੈ ਜੀ। ਕੱਲ੍ਹ 7 ਤਰੀਕ ਨੂੰ ਜੇਕਰ ਤੁਹਾਡੀ ਫਲਾਈਟ ਸੀ ਸਪਾਈਸਜੈਟ ਦੀ, ਉਹ ਕੈਂਸਲ ਹੋ ਗਈ ਹੈ। ਨਵਾਂ ਅਪਡੇਟ ਆਇਆ ਜੀ ਹੁਣ ਹੀ, ਕੁਛ ਕੁ ਮਿੰਟ ਪਹਿਲਾਂ ਸਾਨੂੰ ਈਮੇਲ ਆਈ ਹੈ ਜੀ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਫਲਾਈਟ ਕੈਂਸਲ ਆ। ਕੁਛ ਮਿੰਟ ਪਹਿਲਾਂ ਅਸੀਂ ਵੀਡੀਓ ਪਾਈ ਸੀ ਕਿ ਫਲਾਈਟ ਆ ਰਹੀ ਹੈ, ਪਰ ਅਪਡੇਟ ਕਰ ਰਹੇ ਹਾਂ ਜੀ, ਫਲਾਈਟ ਕੈਂਸਲ ਆ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਆ ਰਿਹਾ ਜੀ, ਇਟਲੀ ਦੇ ਵਿੱਚ 7 ਮਈ ਨੂੰ ਦਿਨ ਸ਼ਨੀਵਾਰ ਨੂੰ ਫਿਰ ਅਲਰਟ ਜਾਰੀ ਕੀਤਾ ਗਿਆ ਜੀ। ਪੀਲਾ ਅਲਰਟ ਜਾਰੀ ਕੀਤਾ ਮੌਸਮ ਵਿਭਾਗ ਨੇ ਇਟਲੀ ਦੇ 8 ਸਟੇਟਾਂ ਦੇ ਵਿੱਚ। ਕਿਹੜੀਆਂ ਨੇ 8 ਸਟੇਟਾਂ? ਦੇਖਦੇ ਹਾਂ ਜੀ ਆਪਾਂ ਤੁਹਾਡੇ ਨਾਲ। ਇਟਲੀ ਦੀਆਂ ਜਿਹੜੀਆਂ 8 ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਖਤਰਾ ਆ, ਉਹ ਹੈ ਜੀ ਕਲਾਬਰੀਆ, ਸਰਦੇਨੀਆ, ਸਿਚੀਲੀਆ, ਬਜ਼ਿਲਿਕਾਤਾ, ਕੰਪਾਨੀਆ, ਮੋਲੀਜ਼ੇ, ਅਬਰੂਜ਼ੋ। ਅਤੇ ਉਸ ਤੋਂ ਬਾਅਦ ਜਿਹੜੀ ਆਪਣੇ ਥੋੜ੍ਹਾ ਜਿਹੜੀ ਅਸੀਂ ਜੇ ਛਿੱਟੇ ਅਸੀਂ ਗੱਲ ਕਰੀਏ ਤਾਂ ਆਪਣੇ ਜਿਹੜਾ ਲੋਂਬਰਦੀਆ ਦੇ ਵਿੱਚ ਵੀ ਪੈ ਸਕਦੇ। ਇੱਕ ਵਾਰ ਫਿਰ ਦੱਸ ਦਿੰਦੇ ਜੀ, ਅਬਰੂਜ਼ੋ, ਬਜ਼ਿਲਿਕਾਤਾ, ਕਲਾਬਰੀਆ, ਕੰਪਾਨੀਆ, ਮੋਲੀਜ਼ੇ, ਪੂਲੀਆ, ਸਰਦੇਨੀਆ ਅਤੇ ਸਿਚੀਲੀਆ। ਇਹ ਨੇ ਜਿਨ੍ਹਾਂ ਦੇ ਵਿੱਚ ਪੀਲੇ ਰੰਗ ਦਾ ਇਹਨਾਂ ਨੇ ਵਾਰਨਿੰਗ ਦਿੱਤੀ। ਪੀਲੇ ਰੰਗ ਦੀ ਵਾਰਨਿੰਗ ਮਤਲਬ ਕਿ ਥੋੜ੍ਹਾ ਜਿਹਾ ਖਤਰਾ ਜ਼ਿਆਦਾ, ਮੀਂਹ ਪੈਣਾ ਕਾਫੀ ਅਤੇ ਹਵਾ ਵੀ ਥੋੜ੍ਹੀ ਬਹੁਤੀ ਚੱਲ ਸਕਦੀ ਹੈ। ਥੋੜ੍ਹਾ ਜਿਹਾ ਧਿਆਨ ਦੇ ਨਾਲ ਨਿਕਲ ਰਹੇ ਹੋ। ਅਤੇ ਆਪਣੇ ਜਿਹੜੇ ਲੋਂਬਰਦੀਆ ਵਾਸੀ ਨੇ, ਲੋਂਬਰਦੀਆ ਦੇ ਸਟੇਟ ਦੇ ਜਿੰਨੇ ਵੀ ਨੇ, ਉਹ ਮਾੜੇ ਮੋਟੇ ਜਿਹੜੇ ਛਿੱਟੇ ਹੀ ਪੈਣੇ ਆ, ਕੋਈ ਖਾਸ ਨਹੀਂ। ਤੁਸੀਂ ਘੁੰਮ ਫਿਰ ਸਕਦੇ ਆ ਬਾਹਰ। ਆਪਣੀਆਂ ਛਤਰੀਆਂ ਜਿਹੜੀਆਂ ਨਾਲ ਲੈ ਜਾਓ, ਕੋਈ ਇੰਨਾ ਡਰਨ ਦੀ ਲੋੜ ਨਹੀਂ ਹੈਗੀ ਜਿੰਨਾ ਬਾਕੀ ਦੇ ਵਿੱਚ। ਉਸ ਤੋਂ ਬਾਅਦ ਇਟਲੀ ਦੇ ਵਿੱਚ ਆ ਰਿਹਾ ਜੀ ਤੂਫਾਨ, ਆ ਰਿਹਾ ਜੀ ਸਾਬੀਏ ਦਾ। ਮਿੱਟੀ ਦਾ ਤੂਫਾਨ ਆ ਰਿਹਾ, ਪਰ ਇਸ ਤੂਫਾਨ ਦਾ ਕੀ ਆ ਮਤਲਬ, ਇਹ ਅਸੀਂ ਸ਼ਾਇਦ ਆਪਣੀਆਂ ਨੰਗੀਆਂ ਅੱਖਾਂ ਦੇ ਨਾਲ ਨਾ ਦੇਖ ਸਕੀਏ। ਕਿਲੋਮੀਟਰਾਂ ਦੇ ਹਿਸਾਬ ਨਾਲ 2-3 ਕਿਲੋਮੀਟਰ ਦੀ ਉਚਾਈ ਤੋਂ ਲੰਘਣਾ। ਅਤੇ ਦੱਸਿਆ ਜਾ ਰਿਹਾ ਕਿ ਇਟਲੀ ਦੇ ਕਾਫੀ ਹਿੱਸਿਆਂ ਦੇ ਵਿੱਚ ਤੁਹਾਨੂੰ ਆਸਮਾਨ ਤੋਂ ਜਿਹੜੀ ਆ ਧੂੜ ਵੀ ਡਿੱਗਦੀ ਦਿਸ ਸਕਦੀ ਹੈ। ਧੂੜ ਕਿਉਂ ਦਿਸਣੀ ਹੈ? ਕਿਉਂਕਿ ਅਫਰੀਕਾ ਤੋਂ ਆ ਰਿਹਾ ਜੀ ਇਹ ਧੂੜ ਦਾ ਤੂਫਾਨ, ਅਤੇ ਨਾਲ ਫਿਰ ਮੀਂਹ ਵੀ ਪੈ ਸਕਦਾ। ਜਿੱਧਰ ਇਹ ਤੂਫਾਨ ਜ਼ਿਆਦਾ ਹੋਊਗਾ ਉੱਧਰ ਹੀ ਜ਼ਿਆਦਾ ਮੀਂਹ ਪੈਣਾ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਬੋਨਸ 200 ਯੂਰੋ। ਬੋਨਸ 200 ਯੂਰੋ ਅੱਜ ਕੱਲ੍ਹ ਬਹੁਤ ਚਰਚਾ ਦੇ ਵਿੱਚ ਚੱਲ ਰਿਹਾ ਜੀ। 200 ਯੂਰੋ ਦਾ ਜਿਹੜਾ ਇਹ ਬੋਨਸ ਆ ਜੁਲਾਈ ਨੂੰ ਮਿਲਣਾ, ਜੂਨ ਦੇ ਵਿੱਚ ਵੀ ਮਿਲ ਸਕਦਾ ਹੈ, ਪਰ ਹੁਣ ਦੱਸਿਆ ਜਾ ਰਿਹਾ ਕਿ ਜੁਲਾਈ ਨੂੰ ਮਿਲਣਾ। ਰੈਡੀਤੋ ਦੀ ਚਿੱਤਾਧੀਨਾਂਸਾ ਜਿਹੜੇ ਲੈ ਰਹੇ ਜੀ, ਉਹਨਾਂ ਨੂੰ ਨਹੀਂ ਮਿਲਣਾ। ਪੂਰੇ ਇਟਲੀ ਦੇ ਵਿੱਚ ਜਿੰਨੇ ਬੰਦੇ ਆ ਇਹ ਸਾਰਿਆਂ ਨੂੰ ਹੀ ਮਿਲਣਾ ਜੀ। ਇਹ ਨਹੀਂ ਬੰਦਾ ਕੰਮ ਕਰਦਾ ਆ ਨਹੀਂ ਕਰਦਾ ਆ, ਬੰਦੇ ਦਾ ਆਪਣਾ ਪ੍ਰਤੀਤਾਈਵਾ ਆ। ਚਾਹੇ ਉਹ ਸੀਜ਼ਨ ਵਾਲਾ ਕੰਮ ਕਰਦਾ, ਜਿੱਦਾਂ 9 ਮਹੀਨਿਆਂ ਦਾ ਕੰਮ ਕਰਦਾ, ਚਾਹੇ ਉਹ ਕੋਲਫ ਵਾਲਾ ਕੰਮ ਕਰਦਾ ਜੀ, ਚਾਹੇ ਸਰਕਾਰੀ ਗੌਰਮੈਂਟ ਦੇ ਵਿੱਚ ਕੰਮ ਕਰ ਰਿਹਾ, ਚਾਹੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰ ਰਿਹਾ, ਇਹ ਪੈਸੇ ਸਭ ਨੂੰ ਮਿਲਣੇ ਆ। ਬਸ ਜਿਹੜੇ ਰੈਡੀਤੋ ਦੀ ਚਿੱਤਾਧੀਨਾਂਸਾ ਲੈ ਰਹੇ ਆ, ਉਹ ਜਿਹੜੇ ਬੰਦੇ ਆ ਉਹਨਾਂ ਨੂੰ ਜਿਹੜਾ ਇਹਨਾਂ ਨੇ ਕਿਹਾ ਸੀਗਾ ਕੱਲ੍ਹ ਕਿ ਨਹੀਂ ਮਿਲਣਾ। ਪਰ ਅੱਜ ਇਹ ਨਵਾਂ ਅਪਡੇਟ ਆ ਰਿਹਾ ਜੀ। ਦੱਸਿਆ ਜਾ ਰਿਹਾ ਕਿ ਜਿਹੜੇ ਰੈਡੀਤੋ ਦੀ ਚਿੱਤਾਧੀਨਾਂਸਾ ਲੈ ਰਹੇ ਨੇ ਉਹਨਾਂ ਨੂੰ ਵੀ ਇਹ ਜਿਹੜਾ ਬੋਨਸ ਮਿਲ ਜਾਣਾ। ਕੱਲ੍ਹ ਦਾ ਜਿਹੜਾ ਕਾਨੂੰਨ ਸੀ ਉਸ ਹਿਸਾਬ ਦੇ ਨਾਲ ਬੋਨਸ 200 ਯੂਰੋ ਰੈਡੀਤੋ ਦੀ ਚਿੱਤਾਧੀਨਾਂਸਾ ਵਾਲਿਆਂ ਨੂੰ ਨਹੀਂ ਮਿਲਣਾ ਸੀ। ਅੱਜ ਕਹਿ ਰਹੇ ਨੇ ਕਿ ਉਹਨਾਂ ਨੂੰ ਵੀ ਇਹ ਮਿਲਣਾ। ਉਸ ਤੋਂ ਬਾਅਦ ਇੱਕ ਹੋਰ ਅਪਡੇਟ ਆਇਆ ਜੀ। ਇਟਲੀ ਦੇ ਵਿੱਚ ਕੱਲ੍ਹ ਦੀਆਂ ਖਬਰਾਂ ਦੇ ਵਿੱਚ ਤੁਹਾਨੂੰ ਅਸੀਂ ਦੱਸਿਆ ਕਿ ਇੱਕ ਨਵੀਂ ਮਹਾਂਮਾਰੀ ਆ ਰਹੀ ਹੈ ਜੀ। ਮਹਾਂਮਾਰੀ ਜੀ ਕਿਹੜੀ ਹੈ ਜੀ? ਇਹੀ ਜਿਹੜਾ ਅਸੀਂ ਸੂਰਾਂ ਦੀ ਬਿਮਾਰੀ ਕਹਿੰਦੇ ਹਾਂ, ਸੂਰਾ ਪੈਸਤੇ ਸੂਈਨਾ ਜਿਹਦਾ ਨਾਮ। ਕਾਫੀ ਟਾਈਮ ਤੋਂ ਅਸੀਂ ਇਹਦੇ ਬਾਰੇ ਤੁਹਾਡੇ ਨਾਲ ਇਸ ਬਿਮਾਰੀ ਬਾਰੇ ਸਾਂਝਾ ਕੀਤਾ ਹੈ ਕਿ ਅਮਰੀਕਾ ਦੇ ਵਿੱਚ ਸੀਗਾ, ਇਟਲੀ ਦੇ ਵਿੱਚ ਕੇਸ ਨਹੀਂ ਸੀ। ਕੱਲ੍ਹ ਇਟਲੀ ਦੇ ਵਿੱਚ ਵੀ ਕੇਸ ਆ, ਪਰ ਹੁਣ ਸੂਰਾਂ ਦੀ ਬਿਮਾਰੀ ਤੋਂ ਬਾਅਦ ਇੱਕ ਹੋਰ ਨਵਾਂ ਵਾਇਰਸ ਆ ਗਿਆ। ਦੱਸਿਆ ਜਾ ਰਿਹਾ ਕਿ ਇਹਨੂੰ ਜਾਨਵਰ ਦਾ ਵਾਇਰਸ ਕਿਹਾ ਜਾ ਰਿਹਾ। ਜਾਨਵਰ ਦਾ ਵਾਇਰਸ ਕਹਿ ਰਿਹਾ ਜੋ ਕਿ ਇਨਸਾਨਾਂ ਦੇ ਵਿੱਚ ਆ ਰਿਹਾ। ਅਤੇ ਇਸ ਤੋਂ ਬਾਅਦ ਇੱਕ ਮਯਾਲੇ, ਇੱਕ ਸੂਰ ਦਾ ਦਿਲ ਬੰਦੇ ਦੇ ਵਿੱਚ ਪਾਇਆ ਗਿਆ। ਬੰਦੇ ਦੇ ਵਿੱਚ ਸੂਰ ਦਾ ਦਿਲ ਜਿਹੜਾ ਉਹਦਾ ਸਰਜਰੀ ਕੀਤੀ ਗਈ ਹੈ ਤਾਂ ਟਰਾਂਸਪਲਾਂਟ ਕੀਤਾ ਗਿਆ। ਕੁਛ ਟਾਈਮ ਬੰਦਾ ਜੀਂਦਾ ਰਿਹਾ, ਪਰ ਉਸ ਤੋਂ ਬਾਅਦ ਬੰਦੇ ਦੀ ਮੌਤ ਹੋ ਗਈ ਆ। ਅਸੀਂ ਇਹ ਵੀ ਦੇਖ ਸਕਦੇ ਹਾਂ ਜੀ ਕਿ ਇਹ ਜਿਹੜਾ ਬੰਦਾ ਤਕਰੀਬਨ ਦੱਸਿਆ ਜਾ ਰਿਹਾ ਕਿ 40 ਕੁ ਦਿਨ ਬੰਦਾ ਬਿਮਾਰ ਰਿਹਾ, ਅਤੇ ਉਸ ਤੋਂ ਬਾਅਦ ਟੈਸਟ ਕੀਤੇ ਆ, DNA ਦੇ ਵਿੱਚ ਇੱਕ ਵਾਇਰਸ ਆਇਆ। ਅਤੇ ਜਿਸ ਟਾਈਮ ਉਹਨੂੰ ਬਿਮਾਰ ਹੋਣ ਤੋਂ ਬਾਅਦ ਉਹਨੂੰ ਕੀ ਕੀਤਾ ਜੀ, ਉਹਨੂੰ ਦਿਲ ਪਾਇਆ ਉਹਦੇ ਵਿੱਚ ਸੂਰ ਦਾ। 48 ਘੰਟਿਆਂ ਦੇ ਵਿੱਚ ਉਹ ਬੰਦੇ ਦੀ
ਚੜ੍ਹਾਈ ਹੋ ਗਈ ਜੀ, ਬੰਦੇ ਦੀ ਮੌਤ ਹੋ ਗਈ, ਬੰਦਾ ਪੂਰਾ ਹੋ ਗਿਆ। ਅਤੇ ਐਕਸਪੈਰੀਮੈਂਟ ਸੀਗਾ ਇੱਕ ਕਿ ਸੂਰਾਂ ਦੇ ਦਿਲ ਕੱਢ ਕੇ ਬੰਦਿਆਂ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਜਨ ਦੀ ਵੀ ਆਓ ਤੋਂ ਇਹਦੇ ਬਾਰੇ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਰਕਾਰ ਤੁਹਾਨੂੰ 5000 ਯੂਰੋ ਤੱਕ ਦੇ ਰਹੀ ਆ ਪੈਸੇ, ਜੇਕਰ ਤੁਸੀਂ ਇਲੈਕਟ੍ਰੋਨਿਕ ਗੱਡੀਆਂ ਖਰੀਦਦੇ ਆ। ਜੇਕਰ ਪੁਰਾਣੀ ਗੱਡੀ ਵਿੱਚ ਦਿੰਦੇ ਆ ਤਾਂ ਫਿਰ ਤੁਹਾਨੂੰ 2000 ਐਕਸਟਰਾ ਮਿਲ ਜਾਣੇ ਆ। ਜੇ ਪੁਰਾਣੀ ਗੱਡੀ ਤੁਹਾਡੇ ਕੋਲ ਨਹੀਂ ਹੈਗੀ ਤਾਂ ਫਿਰ ਤੁਹਾਨੂੰ 3000 ਮਿਲਣਾ। ਜੇ ਪੁਰਾਣੀ ਗੱਡੀ ਦੇ ਦਿੰਦੇ ਆ ਤਾਂ 5000 ਮਿਲਣਾ। 35000 ਯੂਰੋ ਤੱਕ ਦੀ ਗੱਡੀ ਤੁਸੀਂ ਖਰੀਦ ਸਕਦੇ ਆ। 5000 ਵਿੱਚੋਂ ਲੈਸ ਹੋ ਜਾਣਾ। ਅਤੇ ਇਸ ਤੋਂ ਵਧੀਆ ਮੌਕਾ ਕੋਈ ਨਹੀਂ ਜੀ, ਗੱਡੀ ਨਵੀਂ ਖਰੀਦੋ। ਪੁਰਾਣੀ ਸੈਕਿੰਡ ਹੈਂਡ ਗੱਡੀ ਕਾਹਨੂੰ ਲੈਣੀ ਆ, ਇਹਨਾਂ ਦਿਨਾਂ ਵਿੱਚ ਗੱਡੀਆਂ ਲੈਣੀਆਂ ਅਤੇ ਨਵੀਆਂ ਦੇ ਵਿੱਚ ਘੁੰਮੋ ਅਤੇ ਫਿਰੋ। ਇਟਲੀ ਦੇ ਵਿੱਚ ਨਹੀਂ, ਦੁਨੀਆ ਦੇ ਵਿੱਚ ਜਿਹੜੇ ਸ਼ੌਂਕ ਅਵੱਲੇ ਰੱਖਦੇ ਨੇ ਲੋਕ, ਬੰਦਿਆਂ ਨੂੰ ਕਲੈਕਸ਼ਨ ਕਰਨ ਦਾ ਬਹੁਤ ਸ਼ੌਂਕ ਹੈ। ਜਿਸ ਤਰ੍ਹਾਂ ਕਿ ਅਸੀਂ ਕੁਛ ਦਿਨ ਪਹਿਲਾਂ ਆਪਣੇ 2 ਯੂਰੋ ਦੀ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਕਿ ਜਿਹੜੀ 2 ਯੂਰੋ ਦਾ ਰੇਟ ਹਜ਼ਾਰਾਂ ਦੇ ਵਿੱਚ ਵੀ ਹੋ ਸਕਦਾ। ਇਸ ਤਰ੍ਹਾਂ ਦੀ ਇੱਕ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਦੇ। ਇਟਲੀ ਦੇ ਵਿੱਚ ਵਾਈਨ ਦੇ ਰੇਟ ਸਾਨੂੰ ਪਤਾ ਕਿ 1 ਯੂਰੋ ਤੋਂ ਲੈ ਕੇ 500 ਯੂਰੋ 1000 ਤੱਕ ਵੀ ਮਿਲਦੇ ਆ। ਪਰ ਇਟਲੀ ਦੇ ਵਿੱਚ 2008 ਦੀ ਵਾਈਨ ਆ ਜੋ ਕਿ ਮੁਜ਼ੂਨੀ ਡੋਮੇਨ ਲੇਰੋਏ ਨਾਮ ਇੱਦਾਂ ਦਾ ਜੀ। ਇਹ ਜਿਹੜੀ 2008 ਦੇ ਵਿੱਚ ਵਾਈਨ ਬਣੀ ਸੀ, ਇਹਦਾ ਨਿਲਾਮੀ ਹੋਈ ਆ ਅਤੇ 67375 ਯੂਰੋ ਦੀ ਜਿਹੜੀ ਹੈ ਇਹ ਨਿਲਾਮੀ ਦੇ ਵਿੱਚ ਵਿਕੀ ਆ। ਅਤੇ ਤਕਰੀਬਨ ਦੱਸਿਆ ਜਾ ਰਿਹਾ ਕਿ ਇਹ 573 ਟੋਟਲ ਵਾਈਨ ਦੀਆਂ ਬੋਤਲਾਂ ਸੀ। ਫਰਾਂਸ ਦੀਆਂ ਇਹ ਬੋਤਲਾਂ, ਫਰਾਂਸ ਅਤੇ ਇਟਾਲੀ ਦੀਆਂ ਬੋਤਲਾਂ ਸੀ। ਅਤੇ ਉਸ ਤੋਂ ਬਾਅਦ ਇਹਨਾਂ ਨੇ 27 ਅਤੇ 28 ਅਪ੍ਰੈਲ ਨੂੰ ਟੋਟਲ 14,85,785 ਜਿਹੜੇ ਪੈਸੇ ਕਮਾਏ ਨੇ। ਮਤਲਬ ਸਿੱਕਿਆਂ ਦੇ ਨਾਲ ਨਹੀਂ, ਜਿਹੜੇ ਬੰਦੇ ਵਾਈਨ ਦੇ ਸ਼ੌਕੀਨ ਨੇ ਪੁਰਾਣੀਆਂ ਉਹ ਵੀ ਰੱਖਦੇ ਨੇ। ਇਸ ਦਾ ਮਤਲਬ ਇਹ ਨਹੀਂ ਜੇਕਰ ਤੁਹਾਡੇ ਕੋਲ 2008 ਦੀ ਵਾਈਨ ਹੋਏ ਤਾਂ ਉਹ ਵੀ 67,000 ਦੀ ਹੀ ਵਿਕੂਗੀ, ਨਹੀਂ ਜੀ। ਇਹ ਜਿਹੜੀ ਵਾਈਨ ਆ ਇਹ ਮਾਰਕਾ ਸੀਗਾ ਮੁਜ਼ੂਨੀ ਡੋਮੇਨ ਲੇਰੋਏ। ਅਤੇ ਫਰਾਂਸ ਦੇ ਨਾਲ ਥੋੜ੍ਹੀ ਜਿਹੀ ਜੀਭ ਪੁੱਠੀ ਹੋ ਜਾਂਦੀ ਹੈ, ਬੋਲਣਾ ਥੋੜ੍ਹਾ ਜਿਹਾ ਮੁਸ਼ਕਿਲ ਆ, ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਤੁਹਾਨੂੰ ਦੱਸਣ ਦੀ ਕਿਸ ਹਿਸਾਬ ਦੇ ਨਾਲ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਆ ਰਿਹਾ ਜੀ, ਮਚੇਰਾਤਾ ਦੇ ਵਿੱਚ ਇੱਕ ਬਹੁਤ ਹੀ ਦੁਰਭਾਗੀ ਘਟਨਾ ਵਾਪਰੀ ਹੈ ਜੀ। ਇੱਕ ਪੁੱਤ ਅਤੇ ਉਸਦੀ ਮਾਂ ਦਾ ਜਿਹੜਾ ਘਰ ਦੇ ਵਿੱਚ ਦੇਹਾਂਤ ਹੋ ਗਿਆ। ਦੋਨੇ ਜਾਣੇ ਪੂਰੇ ਹੋ ਗਏ, ਦੋਨੇ ਹੀ ਹੈਂਡੀਕੈਪਟ ਸੀਗੇ, ਸਵੈ ਨਿਰਭਰ ਨਹੀਂ ਸਨ। ਅਤੇ ਉਹਨਾਂ ਦਾ ਜਿਹੜਾ ਬਾਪ ਸੀਗਾ ਉਹ ਜਾਂ ਫਿਰ ਉਸ ਔਰਤ ਦਾ ਜਿਹੜਾ ਹਸਬੈਂਡ ਸੀਗਾ, ਉਹੀ ਉਹਨਾਂ ਦੀ ਆਪਣੀ ਵਾਈਫ ਅਤੇ ਬੱਚੇ ਦੀ ਕੇਅਰ ਕਰਦਾ ਸੀ। ਦੋਵੇਂ ਹੈਂਡੀਕੈਪਟ ਸੀਗੇ। ਅਤੇ ਉਹ ਕੀ ਹੁੰਦਾ ਜੀ, ਰਸਤੇ ਜਿੱਦਾਂ ਕਹਿ ਦਈਏ ਹੋਣੀ ਹੁੰਦੀ ਆ, ਬੰਦਾ ਘਰੋਂ ਬਾਹਰ ਜਾਂਦਾ, ਐਕਸੀਡੈਂਟ ਹੁੰਦਾ, ਉਸਦੀ ਮੌਤ ਹੋ ਜਾਂਦੀ ਆ। ਘਰ ਦੇ ਵਿੱਚ ਕੋਈ ਦੇਖਣ ਵਾਲਾ ਨਹੀਂ ਹੁੰਦਾ। ਮਚੇਰਾਤਾ ਪ੍ਰੋਵਿੰਚਾ ਮਚੇਰਾਤਾ, ਪਿੰਡ ਦਾ ਨਾਮ ਸੰਤਾ ਕਰੋਚੇ ਆ ਜੀ, ਜਿੱਥੇ ਉਹਨਾਂ ਦੋਹਾਂ ਦੀ ਮੌਤ ਹੋਈ ਆ। ਅਤੇ ਮੌਤ ਕਿੱਦਾਂ ਹੋਈ ਆ ਜੀ, 54 ਸਾਲ ਦਾ ਕਹਿੰਦੇ ਵੀ ਬੱਚਾ ਸੀ ਅਤੇ ਉਹਦੀ ਮੰਮੀ ਦੀ ਉਮਰ 80 ਸਾਲ ਸੀ। ਅਤੇ ਮੌਤ ਹੋਣ ਦਾ ਕਾਰਨ ਆ ਜੀ ਭੁੱਖ ਦੇ ਨਾਲ ਮੌਤ ਹੋ ਗਈ, ਕਿਉਂਕਿ ਜਿਹੜਾ ਬੰਦਾ ਖਾਣਾ ਪੀਣਾ ਦੇ ਰਿਹਾ ਸੀ ਉਹਨਾਂ ਨੂੰ, ਉਸ ਬੰਦੇ ਦਾ ਐਕਸੀਡੈਂਟ ਹੋ ਜਾਂਦਾ, ਉਹ ਪੂਰਾ ਹੋ ਜਾਂਦਾ ਬਾਹਰ। ਅਤੇ ਬਹੁਤ ਹੀ ਦਰਦਨਾਕ ਜਿਹੜੀ ਹੈ ਇਹ ਉਹਦੇ ਨਾਲ ਘਟਨਾ ਵਾਪਰੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਘਟਨਾ ਤੋਂ ਹੀ ਦੇਖੀਏ ਤਾਂ ਇੱਕ ਹੋਰ ਘਟਨਾ ਵਾਪਰੀ ਜੀ। ਨਿਊਯਾਰਕ ਨੂੰ ਜਾ ਰਿਹਾ ਸੀ, ਲੰਡਨ ਤੋਂ ਨਿਊਯਾਰਕ ਦੀ ਫਲਾਈਟ ਸੀਗੀ। ਪਾਇਲਟ ਜਾ ਰਿਹਾ ਸੀ ਫਲਾਈਟ ਲੈ ਕੇ, 300 ਵਿੱਚ ਪੈਸੰਜਰ ਸਨ ਅਤੇ ਫਲਾਈਟ ਜਾਂਦੀ ਹੈ ਅਤੇ ਰਸਤੇ ਦੇ ਵਿੱਚ ਉਹਨੂੰ ਪਤਾ ਲੱਗਦਾ ਵਿਰਜਨ ਅਟਲਾਂਟਿਕ ਦੀ ਇਹ ਫਲਾਈਟ ਆ। ਅਤੇ ਉਸ ਤੋਂ ਬਾਅਦ ਕੀ ਪਤਾ ਲੱਗਦਾ ਜੀ, ਉਸ ਬੰਦੇ ਦੇ ਕੋਲ ਲਾਇਸੈਂਸ ਨਹੀਂ ਸੀਗਾ ਜਹਾਜ਼ ਚਲਾਉਣ ਦਾ। ਬਿਲਕੁਲ ਸਹੀ ਸੁਣਿਆ ਜੀ, ਬੰਦੇ ਨੂੰ ਜਹਾਜ਼ ਚਲਾਉਣਾ ਆਉਂਦਾ ਸੀ। ਬੰਦਾ ਚੰਗੀ ਤਰ੍ਹਾਂ ਅੜਾ ਲੈਂਦਾ ਸੀ, ਲਾ ਲੈਂਦਾ ਸੀ, ਤੋਰ ਲੈਂਦਾ ਸੀ, ਘੁਮਾ ਲੈਂਦਾ ਸੀ, ਪਰ ਉਹਦੇ ਹੱਥ ਦੇ ਵਿੱਚ ਸਰਟੀਫਿਕੇਟ ਨਹੀਂ ਸੀਗਾ ਇਹਨੂੰ ਚਲਾਉਣ ਦਾ, ਆਪਣਾ ਨਹੀਂ ਸੀ ਲਾਇਸੈਂਸ। ਗੱਲ ਇੱਦਾਂ ਹੋਈ ਹੈ ਜੀ, ਜਿਸ ਟਾਈਮ ਲੰਡਨ ਤੋਂ ਨਿਊਯਾਰਕ ਨੂੰ ਉੜ ਗਿਆ, ਉਸ ਟਾਈਮ ਇਹਨਾਂ ਨੂੰ ਪਤਾ ਲੱਗਾ ਕਿ ਉਹ ਪਾਇਲਟ ਨੇ ਤਾਂ ਆਪਣੀ ਲਾਸਟ ਸਟੈਪ ਪੂਰੀ ਨਹੀਂ ਕੀਤੀ। ਜਿਸ ਤਰ੍ਹਾਂ ਕਿ ਅਸੀਂ ਕਹਿ ਸਕਦੇ ਕਿ ਉਸ ਪਾਇਲਟ ਨੇ ਪੇਪਰ ਹੀ ਨਹੀਂ ਦਿੱਤਾ। ਲਾਸਟਲਾ ਪੇਪਰ ਹੁੰਦਾ ਕਿ ਇੱਕ ਉਡਾਣ ਦਾ, ਖਾਲੀ ਪੈਸੰਜਰਾਂ ਤੋਂ ਬਿਨਾਂ ਜਹਾਜ਼ ਉਡਾਉਣਾ ਹੁੰਦਾ। ਉਹਦੇ ਵਿੱਚੋਂ ਜਿੱਦਾਂ ਗੁਈਦਾ ਕਰਦੇ ਹਾਂ ਨਾ ਆਪਾਂ, ਜਿੱਦਾਂ ਪ੍ਰੈਕਟੀਕਲ ਦਾ ਐਗਜ਼ਾਮ ਨਹੀਂ ਦਿੱਤਾ ਵੀ ਜਹਾਜ਼ ਉਡਾ ਲੈਂਦਾ ਕਿ ਨਹੀਂ। ਫਿਰ ਕੀ ਹੈ ਜੀ, ਲੰਡਨ ਤੋਂ ਆਇਰਲੈਂਡ ਤੱਕ ਪਹੁੰਚਦਾ ਜੀ, ਫਿਰ ਉੱਥੋਂ ਵਾਪਸ ਆਉਣਾ ਪੈਂਦਾ ਨਹੀਂ, ਕਿਉਂਕਿ 300 ਬੰਦਿਆਂ ਨੇ ਡਰ ਜਾਣਾ ਸੀਗਾ ਅਤੇ ਸ਼ਾਇਦ ਉਹ ਹਰਜਾਨਾ ਵੀ ਮੰਗ ਸਕਦੇ ਸੀ। ਲੰਡਨ ਵਾਪਸ ਆਉਂਦਾ 40 ਮਿੰਟਾਂ ਦੇ ਵਿੱਚ ਵਾਪਸ ਆਇਆ ਅਤੇ ਬਾਅਦ ਵਿੱਚ ਤਕਰੀਬਨ ਪੌਣੇ 3 ਘੰਟੇ ਦੀ ਦੇਰੀ ਦੇ ਨਾਲ ਉਹ ਨਿਊਯਾਰਕ ਬੰਦੇ ਪਹੁੰਚਾਏ। ਇਹ ਬੰਦਾ ਵਾਪਸ ਆਇਆ, ਦੂਸਰਾ ਪਾਇਲਟ ਚੜ੍ਹਿਆ ਅਤੇ ਇਹਨੂੰ ਲਾਇਆ, ਅਤੇ ਸ਼ਾਇਦ ਹੁਣ ਇਹਦਾ ਸਿਰ ਜੁਰਮਾਨਾ ਵੀ ਕਰਨਗੇ। ਦੇਖਦੇ ਹਾਂ ਹੁਣ ਕੀ ਕਰਨਾ।
ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਆ ਰਿਹਾ ਜੀ ਆਪਣਾ ਮਾਸਕਰਾਂ ਦੇ ਉੱਤੇ। ਮਾਸਕ ਉੱਤੇ ਕਾਫੀ ਗੱਲਬਾਤ ਕੀਤੀ ਜਾ ਰਹੀ। ਦੇਖੋ ਜੀ, ਮਾਸਕ ਬੜਾ ਹੀ ਸਿੰਪਲ ਜੀ ਗੱਲ ਆ। ਜਿਹੜੀਆਂ ਵੀ ਬੰਦ ਦੁਕਾਨਾਂ ਨੇ, ਜਿੱਦਾਂ ਕਿ ਬਾਰ ਹੋਣ, ਰੈਸਟੋਰੈਂਟ ਹੋਣ, ਅੰਦਰ ਜਾਣਾ ਉਹਨਾਂ ਦੇ ਅੰਦਰ ਜਾਣ ਦੇ ਲਈ ਸਾਨੂੰ ਮਾਸਕ ਲਾਉਣ ਦੀ ਲੋੜ ਆ। ਜੇਕਰ ਅਸੀਂ ਟੇਬਲਾਂ 'ਤੇ ਬੈਠੇ ਹਾਂ ਮਾਸਕ ਲਾਉਣਾ, ਜੇਕਰ ਅਸੀਂ ਖੜ੍ਹੇ ਹਾਂ ਤਾਂ ਫਿਰ ਜੇ ਅਸੀਂ ਟੇਬਲਾਂ 'ਤੇ ਬੈਠੇ ਹਾਂ ਤਾਂ ਸਾਨੂੰ ਮਾਸਕ ਲਾਉਣ ਦੀ ਲੋੜ ਨਹੀਂ ਹੈਗੀ। ਜੇਕਰ ਅਸੀਂ ਖੜ੍ਹੇ ਹਾਂ ਤਾਂ ਫਿਰ ਸਾਨੂੰ ਮਾਸਕ ਲਾਉਣ ਦੀ ਲੋੜ ਆ। ਡਿਸਕੋਟੇਕਿਆਂ ਦੇ ਵਿੱਚ ਮਾਸਕ ਲਾਉਣ ਦੀ ਲੋੜ ਆ। ਸਿਨੇਮੇ ਹੋਣ, ਥੀਏਟਰ ਹੋਣ, ਇਹਨਾਂ ਦੇ ਵਿੱਚ ਲੋੜ ਆ। ਸਟੇਡੀਅਮ ਦੇ ਵਿੱਚ ਲੋੜ ਆ। ਹੋਟਲਾਂ ਦੇ ਵਿੱਚ ਵੀ ਸਾਨੂੰ ਜਿਹੜੀ ਆ ਲੋੜ ਆ। ਰਿਸੈਪਸ਼ਨ ਦੇ ਵਿੱਚ ਜਾਂ ਫਿਰ ਜਿੱਥੇ ਬੰਦੇ ਜ਼ਿਆਦਾ, ਜਹਾਜ਼ਾਂ ਦੇ ਵਿੱਚ, ਟ੍ਰੇਨਾਂ ਦੇ ਵਿੱਚ, ਪਬਲਿਕ ਟਰਾਂਸਪੋਰਟ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ 15 ਜੂਨ ਤੱਕ ਜਿਹੜੇ ਬੰਦੇ ਵਿੱਚ ਜਾ ਰਹੇ ਆ ਜਾਂ ਫਿਰ ਜਿਹੜੇ ਚਲਾ ਰਹੇ ਆ, ਉਹਨਾਂ ਨੂੰ ਸਾਰਿਆਂ ਨੂੰ ਮੂੰਹ ਦੇ ਉੱਤੇ FFP2 ਦਾ ਜਿਹੜਾ ਮਾਸਕ ਲਾਉਣ ਦੀ ਲੋੜ ਆ। ਤਕਰੀਬਨ ਸਾਰੇ ਪਾਸੇ ਜੀ ਲੋੜ ਆ। ਬਾਕੀ ਜੇ ਅਸੀਂ ਗੱਲ ਕਰੀਏ ਦੁਕਾਨਾਂ ਦੀ, ਸੁਪਰ ਮਾਰਕੀਟਾਂ ਦੀ, ਤਾਂ ਉਹਨਾਂ ਦੇ ਵਿੱਚ ਆਪਣੀ ਮਰਜ਼ੀ ਆ ਜੀ, ਆਪਣੀ ਸੇਫਟੀ ਆ। ਮਾਸਕ ਲਾਓ ਤਾਂ ਜੋ ਤੁਹਾਨੂੰ ਕੋਈ ਗੱਲਬਾਤ ਨਾ ਹੋਵੇ। ਯੂਕਰੇਨ ਦੀ ਲੜਾਈ ਦੀ ਗੱਲ ਕਰੀਏ ਤਾਂ ਯੂਕਰੇਨ ਦੀ ਲੜਾਈ ਜੀ 72ਵੇਂ ਦਿਨ 'ਤੇ ਆ ਗਈ ਆ ਅਤੇ ਜ਼ੈਲੈਂਸਕੀ ਵੀ ਹੁਣ ਕਹਿ ਰਿਹਾ ਕਿ ਅਸੀਂ ਸੁਲਾਹ ਕਰ ਲੈਂਦੇ ਹਾਂ। ਤੇਲ ਦਾ ਰੇਟ ਲਗਾਤਾਰ ਵੱਧਦਾ ਜਾ ਰਿਹਾ ਜੀ। ਅਮਰੀਕਾ ਕਹਿ ਰਿਹਾ ਕਿ ਅਮਰੀਕਾ ਦੇ ਕੋਲ ਪਤਾ ਨਹੀਂ ਕਿੰਨੇ 100 ਮਿਲੀਅਨ ਬੈਰਲ ਦਾ ਇਹਨਾਂ ਦੇ ਕੋਲ ਗੋਦਾਮ ਆ। ਇਹ ਕਹਿ ਰਿਹਾ ਜੀ ਕਿ ਅਸੀਂ ਹੋਰ ਤੇਲ ਖਰੀਦ ਕੇ ਆਪਣੇ ਗੋਦਾਮਾਂ ਦੇ ਵਿੱਚ ਰੱਖ ਲਈਏ, ਜਦੋਂ ਰੇਟ ਹੋਰ ਵਧਿਆ ਤਾਂ ਫਿਰ ਇਹਨੂੰ ਵਾਧਾ ਕਰਕੇ ਵੇਚਾਂਗੇ। ਅਤੇ ਯੂਕਰੇਨ ਦੀ ਗੱਲਬਾਤ ਚੱਲ ਰਹੀ ਹੈ ਕਿ ਰਸ਼ੀਆ ਦੇ ਨਾਲ ਸਮਝੌਤਾ ਕਰ ਲਿਆ ਜਾਵੇ। ਦੱਸਿਆ ਜਾ ਰਿਹਾ ਕਿ ਇਹ ਸ਼ਾਇਦ 8 ਜਾਂ 9 ਤਰੀਕ ਨੂੰ ਸਮਝੌਤੇ ਦੀ ਗੱਲ ਕਰ ਸਕਦੇ ਆ। ਬਾਕੀ ਦੇਖਦੇ ਹਾਂ ਜੀ। ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਕੈਦੀ ਇੱਕ ਦੂਜੇ ਦੇ ਫੜੇ ਹੋਏ, ਇੱਕ ਦੂਜੇ ਨੂੰ ਕਹਿ ਰਹੇ ਆ ਕਿ ਅਸੀਂ ਵਾਪਸ ਕਰ ਲੈਂਦੇ ਹਾਂ। ਪਰ ਜਿਹੜੀ ਆਵਾਮ ਆ ਯੂਕਰੇਨ ਦੀ, ਉਹ ਲੱਗਦਾ ਥੋੜ੍ਹੀ ਜਿਹੀ ਖਿਲਾਫ ਆ। ਜੇ ਇਹਨਾਂ ਨੇ ਕਰ ਲਿਆ ਸਮਝੌਤਾ ਅਤੇ ਹੁਣ ਤੱਕ ਜਿੰਨੇ ਵੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਫੌਜੀ, ਉਹ ਵਿਚਾਰਿਆਂ ਦਾ ਪਰਿਵਾਰਾਂ ਦਾ ਜਿਹੜਾ ਹਾਲ ਆ ਬਹੁਤ ਹੀ ਮਾੜਾ ਹੋਣਾ। ਅਤੇ ਇਹ ਸਾਨੂੰ ਹੁਣ ਤੱਕ ਦੀਆਂ ਕੁਛ ਖਾਸ ਖਬਰਾਂ। ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ। ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਸੁਣ ਰਹੇ ਇਟਾਲੀਅਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।